ਵੇਖੋ ਜਿਹੜਾ ਸੰਘਰਸ਼ ਹੁੰਦਾ ਹੈ ਨਾ, ਜਵਾਨੀ ਉਸ ਸੰਘਰਸ਼ ਦੀ ਰੂਹ ਹੁੰਦੀ ਹੈ। ਜਿੰਨਾ ਚਿਰ ਸੰਘਰਸ਼ ਦੇ ਵਿੱਚ ਸੰਘਰਸ਼ ਦੀ ਰੂਹ ਨਾ ਹੋਵੇ, ਸੰਘਰਸ਼ ਲੜਨੇ ਬੜੇ ਔਖੇ ਹੋ ਜਾਂਦੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ, ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨੇ ਲੰਬਾ ਸੰਘਰਸ਼ ਇੱਕ ਲੜਿਆ, ਪਰ ਜਿਹੜਾ ਹੁਣ ਸੰਘਰਸ਼ ਹੈ ਇਹਦੇ ਵਿੱਚ ਸਾਰੀਆਂ ਧਿਰਾਂ ਦੀ ਨੁਮਾਇੰਦਗੀ ਦੀ ਲੋੜ ਸੀ। ਇਹਦੇ ਵਿੱਚ ਸਾਨੂੰ ਆਉਣ ਵਾਲੀ ਪੀੜ੍ਹੀ ਨੌਜਵਾਨਾਂ ਦੀ ਵੀ ਬਹੁਤ ਲੋੜ ਸੀ। ਨੌਜਵਾਨਾਂ ਨੂੰ ਉਤੇਜਿਤ ਕੀਤਾ ਗਿਆ। ਹੁਣ ਜੇ ਮੈਂ ਤੁਹਾਨੂੰ 25 ਤਰੀਕ ਦੀ ਗੱਲ ਦੱਸਾਂ, ਕਿਸ ਤਰ੍ਹਾਂ ਦੇ ਨਾਲ ਗਦਾਰੀਆਂ ਦੇ ਸਰਟੀਫਿਕੇਟ ਦੇ ਦਿੱਤੇ ਗਏ, ਪਰ ਕਦੀ ਕਿਸੇ ਨੇ ਇਹ ਸਵਾਲ ਕੀਤਾ ਕਿ ਦੋਸ਼ੀ ਕੌਣ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ, ਜਿਹਨੂੰ ਸਭ ਤੋਂ ਵੱਧ ਗਦਾਰ ਕਿਹਾ ਜਾ ਰਿਹਾ ਦੀਪ ਸਿੱਧੂ। ਤੁਸੀਂ ਦੀਪ ਸਿੱਧੂ ਦੀ ਮੈਨੂੰ ਇਹਨਾਂ 7 ਮਹੀਨਿਆਂ ਦੇ ਵਿੱਚ ਇੱਕ ਵੀ ਸਟੇਟਮੈਂਟ ਵਿਖਾ ਦਿਓ ਕਿ ਉਹਨੇ ਕਿਹਾ ਹੋਵੇ ਲਾਲ ਕਿਲ੍ਹੇ ਤੇ ਮਾਰਚ ਲੈ ਕੇ ਜਾਣਾ, ਉਹਨੇ ਕਿਹਾ ਹੋਵੇ ਮੈਂ ਝੰਡਾ ਚਲਾਉਣਾ, ਇੱਕ ਵੀ ਨਹੀਂ। ਜਦੋਂ ਕਿ ਜਿਹੜੇ ਇਸ ਮੰਚ ਦੇ ਉੱਪਰ ਐਲਾਨ ਕੀਤੇ ਗਏ ਉਹ ਤੁਸੀਂ ਇੰਟਰਨੈਟ ਦੇ ਉੱਪਰ ਅਨੇਕਾਂ ਵੇਖ ਸਕਦੇ ਹੋ। ਮੋਦੀ ਦੀ ਹਿੱਕ ਤੇ ਟਰੈਕਟਰ ਚੱਲਣਗੇ, ਇਸ ਵਾਰੀ ਪਰੇਡ ਕਿਸਾਨ ਕਰਨਗੇ, ਇੱਕ ਪਾਸੇ ਸਾਡੇ ਟਰੈਕਟਰ ਚੱਲਣਗੇ, ਦੂਜੇ ਪਾਸੇ ਉਹਨਾਂ ਦੇ ਟੈਂਕ ਚੱਲਣਗੇ, ਅਸੀਂ ਲਾਲ ਕਿਲ੍ਹੇ ਦੇ ਉੱਪਰ ਝੰਡਾ ਚੜਾਵਾਂਗੇ। ਪਰ ਜਦੋਂ ਨੌਜਵਾਨ ਉਤੇਜਿਤ ਹੋ ਕੇ ਆ ਗਿਆ, ਜਦੋਂ ਨੌਜਵਾਨ ਨੂੰ ਕਿਹਾ ਗਿਆ ਕਿ 26 ਜਨਵਰੀ ਨੂੰ ਅਸੀਂ ਪਰੇਡ ਕਰਨੀ ਹੈ, ਨੌਜਵਾਨ ਨੂੰ ਦੱਸਿਆ ਹੀ ਨਹੀਂ ਗਿਆ ਕਿ ਜਿਹੜੇ ਰੂਟ ਦੀ ਪਰਮਿਸ਼ਨ ਮਿਲੀ ਹੈ ਉੱਥੇ 5000 ਬੰਦੇ ਦੇ 5000 ਟਰੈਕਟਰਾਂ ਦੀਆਂ ਤੁਸੀਂ ਦਿੱਲੀ ਪੁਲਿਸ ਦੀ ਜਾ ਕੇ ਸਟੇਟਮੈਂਟ ਪੜ੍ਹ ਲਓ। ਫਿਰ ਕਿਉਂ ਧੋਖਾ ਕੀਤਾ ਗਿਆ ਬੱਚਿਆਂ ਨੂੰ? ਨਾਲੇ ਕਦੀ ਇਵੇਂ ਦੇ ਫੈਸਲੇ ਸਰਕਾਰ ਦੇ ਕੋਲੋਂ ਇਜਾਜ਼ਤਾਂ ਲੈ ਕੇ ਨਹੀਂ ਕੀਤੇ ਜਾਂਦੇ। ਜਦੋਂ ਤੁਸੀਂ ਬੈਰੀਕੇਡ ਤੋੜ ਕੇ ਸ਼ੰਭੂ ਬਾਰਡਰ ਤੋਂ ਦਿੱਲੀ ਸਿੰਘੂ ਬਾਰਡਰ ਤੇ ਪਹੁੰਚੇ ਸੀ, ਸਰਕਾਰੀ ਇਜਾਜ਼ਤਾਂ ਸੀ। ਉਹ ਨੌਜਵਾਨ ਦਾ ਇੱਕ ਰੋਹ ਸੀ, ਔਰ ਇਹ ਜਿਹੜਾ ਰੋਹ ਹੈ ਨਾ ਸਟੇਟ ਦੇ ਖਿਲਾਫ ਸਦੀਆਂ 'ਚ ਕਿਤੇ 1-2 ਵਾਰ ਪੈਦਾ ਹੁੰਦਾ ਹੈ। ਮੇਰਾ ਜੇ ਤੁਸੀਂ ਇਹਨੂੰ ਨਹੀਂ ਸੰਭਾਲ ਸਕਦੇ ਤੇ ਫਿਰ ਸੰਘਰਸ਼ ਦੇ ਜਿੱਤਣ ਦੇ ਚਾਂਸ ਬੜੇ ਘੱਟ ਜਾਂਦੇ ਨੇ। ਜਿੰਨੇ ਵੀ ਐਲਾਨ ਕੀਤੇ ਗਏ ਸਾਰੇ ਕਿਸਾਨ ਆਗੂਆਂ ਵੱਲੋਂ ਕੀਤੇ ਗਏ, ਉਹਨਾਂ ਐਲਾਨਾਂ ਦੇ ਮੁਤਾਬਕ ਨੌਜਵਾਨ ਉੱਥੇ ਪਹੁੰਚ ਗਏ, ਤੇ ਜੇ ਲੱਖਾਂ ਦੀ ਗਿਣਤੀ 'ਚ ਪਹੁੰਚੇ ਬੰਦੇ ਇਹਦੇ ਉੱਪਰ ਇਹ ਜ਼ਿੰਮੇਵਾਰੀ ਲਾ ਦਿੱਤੀ ਜਾਵੇ ਕਿ ਦੀਪ ਸਿੱਧੂ ਲੈ ਗਿਆ ਹੈ, ਤੇ ਫਿਰ ਮੈਂ ਕਹਿੰਦਾ ਸਾਨੂੰ ਆਪਣਾ ਚੀਨਣਾ ਚਾਹੀਦਾ ਹੈ, ਆਪਣੇ ਆਪ ਨੂੰ ਸੈਲਫ ਐਨਾਲਾਈਜ਼ ਕਰਨਾ ਚਾਹੀਦਾ ਹੈ ਕਿ ਇੱਕ ਇਕੱਲਾ ਬੰਦਾ ਜਿਹਦੇ ਕੋਲ ਕੋਈ ਸਟੇਜ ਨਹੀਂ ਸੀ, ਉਹ ਲੱਖਾਂ ਲੋਕਾਂ ਦੀ ਭੀੜ ਨੂੰ ਉੱਥੇ ਲੈ ਗਿਆ। ਫਿਰ ਤੁਹਾਡੀ ਲੀਡਰਸ਼ਿਪ ਤੇ ਸਵਾਲ ਖੜਾ ਹੁੰਦਾ ਹੈ, ਫਿਰ ਤੁਹਾਡੀ ਕਨਵੀਨਸਿੰਗ ਪਾਵਰ ਤੇ ਸਵਾਲ ਖੜਾ ਹੁੰਦਾ ਹੈ। ਫਿਰ ਬੱਚਿਆਂ ਨੂੰ ਔਨ ਕਰਨਾ ਸੀ। 27 ਤਰੀਕ ਨੂੰ ਤੁਸੀਂ ਗਦਾਰੀਆਂ ਦੇ ਸਰਟੀਫਿਕੇਟ ਲਾਉਣ ਦੇ ਵਿੱਚ ਮੇਰਾ ਨਾਮ ਲਾ ਕੇ ਜੀ ਦੀਪ ਸਿੰਘ ਸਿੱਧੂ ਦੇ ਨਾਲ ਇਹਦੀ ਦੋਸਤੀ ਹੈ, ਦੀ ਲੱਖੇ ਸਿਧਾਣੇ ਨਾਲ ਦੋਸਤੀ ਹੈ, ਥਾਂ ਥਾਂ ਤੇ ਲਾਤੇ ਜੀ ਡਾਕਟਰ ਉਦੋਕੇ ਦਾ, ਦੀਪ ਸਿੱਧੂ ਦਾ, ਲੱਖੇ ਸਿਧਾਣੇ ਦਾ ਬਾਈਕਾਟ ਕੀਤਾ ਜਾਵੇ। ਇਹ ਗਦਾਰ ਨੇ। ਨਹੀਂ, ਅਸੀਂ ਬੱਚਿਆਂ ਨੂੰ ਡਿਸਆਨ ਨਹੀਂ ਕੀਤਾ, ਅਸੀਂ ਹੁਣ ਵੀ ਨਹੀਂ ਕਰਾਂਗੇ। ਅਸੀਂ ਹੁਣ ਵੀ ਕਿਸਾਨ ਏਡ ਸੰਸਥਾ ਬਣਾਈ, ਦਿੱਲੀ ਕਮੇਟੀ ਨਾਲ ਰਲ ਕੇ ਬੱਚਿਆਂ ਦੇ ਜਿਹੜੇ ਕੇਸ ਸੀ ਉਹ ਲੜ ਰਹੇ। ਅਸੀਂ ਡਿਸਆਨ ਨਹੀਂ ਕਰਾਂਗੇ। ਅਸੀਂ ਇਤਿਹਾਸ ਦੇ ਵਿੱਚੋਂ ਵੇਖਣਾ। ਮੈਂ ਤੁਹਾਨੂੰ ਇੱਕ ਹਵਾਲਾ ਦਿੰਦਾ ਇਤਿਹਾਸ ਦੇ ਵਿੱਚੋਂ। ਵੱਡੇ ਘੱਲੂਘਾਰੇ ਦੇ ਵਿੱਚ 15,000 ਸਿੱਖ ਸ਼ਹੀਦ ਹੋਏ ਨੇ। ਇੱਕ ਵੀ ਇਤਿਹਾਸਕਾਰ ਨੇ ਇੱਕ ਸ਼ਬਦ ਵਰਤਿਆ ਹੋਵੇ, ਮੈਨੂੰ ਇੱਕ ਗੱਲ ਦੱਸ ਦਿਓ, ਔਨ ਕਿਵੇਂ ਕੀਤਾ ਜਾਂਦਾ ਹੈ, ਅਪਣਾਈਆਂ ਕਿਵੇਂ ਜਾਂਦੀਆਂ ਨੇ ਘਟਨਾਵਾਂ? ਕਿਸੇ ਇਤਿਹਾਸਕਾਰ ਦਾ, ਮੈਨੂੰ ਸਿੱਖ ਇਤਿਹਾਸਕਾਰ ਦਾ ਇੱਕ ਵੀ ਸ਼ਬਦ ਦੱਸ ਦਿਓ ਜਿੱਥੇ ਉਸਨੇ ਨਿਬਾਹੂ ਸਿੰਘ ਦੀ ਕੀਤੀ ਨੂੰ ਡਿਸਆਨ ਕੀਤਾ ਹੋਵੇ। ਨਹੀਂ ਤੇ ਕਿਹਾ ਜਾ ਸਕਦਾ ਸੀ ਨਾ ਵੀ ਯਾਰ ਜਸਪਤ ਰਾਏ ਦਾ ਸਿਰ ਨਾ ਵੱਢਦੇ, 15,000 ਜਿਹੜਾ ਸੀ ਉਹ ਬਚਾ ਲੈਣਾ ਸੀ। ਅਸੀਂ ਕਿਹਾ ਜਾ ਸਕਦਾ ਸੀ। ਇੱਥੇ ਤਾਂ ਹੋਇਆ ਹੀ ਕੁਛ ਨਹੀਂ। ਇੱਕ ਬੱਚੇ ਦੀ ਸ਼ਹਾਦਤ ਹੋਈ ਭਾਈ ਨਵਰੀਤ ਸਿੰਘ ਦੀ, ਉਹ ਵੀ ਗਾਜੀਪੁਰ ਵਾਲੇ ਬਾਰਡਰ ਵਾਲੇ ਪਾਸੇ। ਅਸੀਂ ਉਹਨੂੰ ਤੇ ਕਹਿੰਦੇ ਹਾਂ ਜੀ ਇਹ ਉਹਨਾਂ ਲੋਕਾਂ ਦਾ ਦੋਸ਼ ਹੈ ਜਿਹੜੇ ਲਾਲ ਕਿਲ੍ਹੇ ਵੱਲ ਚਲੇ ਗਏ, ਤੇ ਜਿਹੜੀਆਂ 350 ਮੌਤਾਂ ਉਸ ਬਾਰਡਰ ਦੇ ਉੱਪਰ ਹੋ ਗਈਆਂ, ਫਿਰ ਉਹਦਾ ਜ਼ਿੰਮੇਵਾਰ ਕੌਣ ਹੈ? ਉਹਦੀ ਜ਼ਿੰਮੇਵਾਰੀ ਕਿਹਦੇ ਉੱਪਰ ਪਾਉਂਦੇ ਸੀ? ਜਿਸ ਵੇਲੇ ਗੁਰਦੁਆਰਾ ਰੋੜੀ ਸਾਹਿਬ ਪਾਕਿਸਤਾਨ ਏਮਨਾਬਾਦ, ਉਹੀ ਪਿੰਡ ਜਿੱਥੇ ਗੁਰੂ ਨਾਨਕ ਸਾਹਿਬ ਦਾ ਭਾਈ ਲਾਲੋ ਜੀ ਦੇ ਨਾਲ ਮਿਲਾਪ ਹੋਇਆ ਸੀ, ਉੱਥੇ ਸਿੰਘਾਂ ਦਾ ਜਥਾ ਆ ਕੇ ਰੁਕਿਆ, ਜਿਹਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਵੀ ਸਨ, ਭਾਈ ਨਿਬਾਹੂ ਸਿੰਘ ਸਨ, ਹੋਰ ਵੀ ਕਈ ਸਿੰਘ ਸਨ। ਆ ਕੇ ਬਾਹਰ ਗੁਰਦੁਆਰਾ ਸਾਹਿਬ ਦੇ ਬੈਠੇ ਲੰਗਰ ਬਣਾਉਣਾ ਸ਼ੁਰੂ ਕਰ ਦਿੱਤਾ। ਮਲਤਾਨ ਦਾ ਸੂਬਾ ਉਸ ਵੇਲੇ ਲਖਪਤ ਰਾਏ ਦਾ ਛੋਟਾ ਭਰਾ ਜਸਪਤ ਰਾਏ ਸੀ। ਉਹਨੂੰ ਕਿਸੇ ਨੇ ਖਬਰ ਦਿੱਤੀ ਕਿ ਸਿੱਖਾਂ ਦਾ ਜਥਾ ਆ ਕੇ ਕਿੱਥੇ ਰੁਕਿਆ ਹੈ, ਜਦੋਂ ਕਿ ਹਕੂਮਤ ਦੇ ਵੱਲੋਂ ਇਹ ਫਰਮਾਨ ਜਾਰੀ ਹੈ ਕਿ ਸਿੱਖਾਂ ਨੂੰ ਪਨਾਹ ਨਹੀਂ ਦੇਣੀ, ਜਿਹੜਾ ਸਿੱਖ ਦਾ ਸਿਰ ਵੱਢ ਕੇ ਲੈ ਕੇ ਆਵੇ ਉਹਨੂੰ ਇਨਾਮ ਦਿੱਤਾ ਜਾਵੇ। ਫਰਮਾਨ ਇਸ ਤਰ੍ਹਾਂ ਦੇ ਜਾਰੀ ਨੇ। ਜਦੋਂ ਉਹ ਆਇਆ ਤੇ ਉਹਨੇ ਆ ਕੇ ਆਉਂਦੇ ਹੀ ਸਿੱਖਾਂ ਦੇ ਜਥੇਦਾਰ ਭਾਈ ਚੜ੍ਹਤ ਸਿੰਘ ਹੋਰਾਂ ਨੂੰ ਕਿਹਾ ਕਿ ਇੱਥੋਂ ਜਥਾ ਲੈ ਕੇ ਚਲੇ ਜਾਓ।
ਸਰਦਾਰ ਸਾਹਿਬ ਨੇ ਬੜਾ ਪਿਆਰਾ ਜਵਾਬ ਦਿੱਤਾ ਕਿ ਨਾ ਤੇ ਅਸੀਂ ਇੱਥੇ ਕਬਜ਼ਾ ਕਰਨਾ ਹੈ, ਨਾ ਅਸੀਂ ਕਿਸੇ ਨੂੰ ਮਾਰਨ ਆਏ, ਅਸੀਂ ਕੇਵਲ ਤੇ ਕੇਵਲ ਆਪਣੇ ਗੁਰੂ ਨਾਨਕ ਸਾਹਿਬ ਦੇ ਇਸ ਪਾਵਨ ਅਸਥਾਨ ਨੂੰ ਨਤਮਸਤਕ ਹੋਣ ਵਾਸਤੇ ਆਏ ਹਾਂ। ਲੰਗਰ ਤਿਆਰ ਹੋ ਰਿਹਾ, ਮੱਥਾ ਟੇਕਣਾ, ਲੰਗਰ ਛਕ ਕੇ ਅਸੀਂ ਆਪਣਾ ਫਿਰ ਜੰਗਲ 'ਚ ਚਲੇ ਜਾਣਾ। ਕਾਫੀ ਚਿਰ ਵਾਰਤਾਲਾਪ ਹੁੰਦੀ ਰਹੀ। ਅਖੀਰ ਕਰਦਿਆਂ ਉਹ ਕਹਿੰਦਾ ਵੀ ਜੇ ਤੁਸੀਂ ਇੱਥੇ ਨਹੀਂ ਜਾਣਾ ਨਾ ਤੇ ਮੈਂ ਤੁਹਾਡੇ ਕੇਸਾਂ ਦੀਆਂ ਰੱਸੀਆਂ ਵੱਟ ਕੇ ਨਾ ਫਿਰ ਇੱਥੇ ਘੋੜੇ ਬੰਨਣੇ। ਹੁਣ ਇਹ ਜਿਹੜੀ ਗੱਲ ਸੀ ਸਰੀਰ ਦੀ ਨਹੀਂ ਸੀ ਰਹਿ ਗਈ, ਇਹ ਗੱਲ ਜ਼ਮੀਰ ਤੇ ਆ ਗਈ ਸੀ। ਜਦੋਂ ਲੜਾਈਆਂ ਅਣਖ ਨਾਲ ਲੜੀਆਂ ਜਾਂਦੀਆਂ ਨੇ ਫਿਰ ਨਾ ਜ਼ਮੀਨ ਦੀ ਗੱਲ ਰਹਿੰਦੀ ਹੈ, ਨਾ ਸਰੀਰ ਦੀ ਗੱਲ ਰਹਿੰਦੀ, ਫਿਰ ਗੱਲ ਜ਼ਮੀਰ ਤੇ ਆ ਜਾਂਦੀ। ਫਿਰ ਉਹ ਗੱਲਾਂ ਪਿੱਛੇ ਰਹਿ ਜਾਂਦੀਆਂ ਨੇ। ਉਹ ਤੁਹਾਨੂੰ ਜੰਗ ਵਾਸਤੇ ਹੁਣ ਵੀ ਤਿਆਰ ਰਹਿਣਾ ਚਾਹੀਦਾ। ਮੰਨ ਲਓ ਕਾਨੂੰਨ ਰੱਦ ਨਹੀਂ ਹੁੰਦੇ ਤੇ ਫਿਰ ਜ਼ਮੀਨ ਵੱਲ ਨਹੀਂ ਜ਼ਮੀਰ ਵੱਲ ਵੇਖਣਾ ਪੈਣਾ ਕਿ ਕੋਈ ਕਾਰਪੋਰੇਟ ਘਰੇਣਾ ਪੰਜਾਬ ਦੀ ਧਰਤੀ ਦੇ ਉੱਪਰ ਪੈਰ ਰੱਖ ਕੇ ਵੇਖੇ, ਫਿਰ ਤੁਸੀਂ ਆਪਣੇ ਜ਼ਮੀਰ ਵਾਲੇ ਪਾਸੇ ਤੁਰਨਾ, ਕਿਉਂਕਿ ਤੁਹਾਡਾ ਇਤਿਹਾਸ, ਤੁਹਾਡੀ ਤਵਾਰੀਖ ਹੈ। ਖੈਰ, ਜਦੋਂ ਇਹ ਗੱਲ ਉਹਨੇ ਕੇਸਾਂ ਦੇ ਬੇਅਦਬ ਦੇ ਬਾਰੇ ਕਹੀ ਤੇ ਭਾਈ ਨਿਬਾਹੂ ਸਿੰਘ ਨੇ ਉਹਦੇ ਹਾਥੀ ਤੇ ਚੜ੍ਹ ਕੇ ਸਿਰ ਵੱਢ ਲਿਆ। ਧੜ ਫੌਜ ਲੈ ਕੇ ਚਲੀ ਗਈ ਸਿਰ ਸਿੱਖਾਂ ਦੇ ਕੋਲ। ਜਦੋਂ ਧੜ ਲੈ ਕੇ ਹਵੇਲੀ ਦੇ ਵਿੱਚ ਗਏ, ਘਰ ਵਾਲੀ ਵੀ ਰੋ ਰਹੀ, ਪੁੱਤ ਵੀ ਰੋ ਰਿਹਾ, ਹਰਭਜ ਰਾਏ ਪੁੱਤ ਦਾ ਨਾਂ ਸੀ, ਉਹ ਵੀ ਰੋ ਰਿਹਾ। ਉਹਨਾਂ ਦਾ ਜਿਹੜਾ ਕੁੱਲ ਪ੍ਰੋਹਤ ਸੀ ਕਿਰਪਾ ਰਾਮ ਗੁਸਾਈ, ਉਹਨੂੰ ਸੱਦਿਆ ਗਿਆ ਅੰਤਮ ਰਸਮਾਂ ਦੇ ਵਾਸਤੇ। ਉਹ ਕਹਿੰਦਾ ਅੰਤਮ ਰਸਮਾਂ ਕਿਤਨਾ ਕਰਾਂ, ਸਿਰ ਤੇ ਹੈ ਨਹੀਂ, ਇਹਦੀ ਗਤੀ ਨਹੀਂ ਹੋਣੀ, ਮੈਂ ਅੰਤਮ ਰਸਮਾਂ ਨਹੀਂ ਕਰ ਸਕਦਾ, ਸਿਰ ਤੇ ਸਿੱਖਾਂ ਕੋਲ ਰਹਿ ਗਿਆ, ਇਹਦੀ ਗਤੀ ਨਹੀਂ ਹੋਣੀ। ਉਹ ਕਹਿੰਦੇ ਫਿਰ ਸਿੱਖਾਂ ਦੇ ਕੋਲ ਤੂੰ ਲੈ ਆ। ਕਿਰਪਾ ਰਾਮ ਗੁਸਾਈ ਸਿੱਖਾਂ ਦੇ ਕੋਲੋਂ ਜਸਪਤ ਰਾਏ ਦਾ ਸਿਰ ਵਾਪਸ ਲੈਣ ਆਇਆ ਤੇ ਸਿੱਖਾਂ ਨੇ ਪਤਾ ਕੀ ਕਿਹਾ? ਕਹਿੰਦੇ ਅਸੀਂ ਸਿਰ ਕੀ ਕਰਨਾ ਹੈ। ਭਾਈ ਨਿਬਾਹੂ ਸਿੰਘ ਨੂੰ ਕਹਿੰਦੇ ਸਿਰ ਕਿੱਥੇ ਆ? ਕਹਿੰਦੇ ਪਤਾ ਨਹੀਂ, ਪਿੱਛੇ ਕਿਤੇ ਸੁੱਟ ਛੱਡ ਦਿੱਤਾ ਹੋਣਾ। ਕਹਿੰਦੇ ਜਾ ਫਿਰ ਲੈ ਕੇ ਆ, ਉਹਨਾਂ ਦੇ ਵਿਚਾਰਿਆਂ ਦੀ ਗਤੀ ਨਹੀਂ ਹੋਣੀ। ਸਰਦਾਰ ਚੜ੍ਹ ਸਿੰਘ ਨੇ ਸ਼ਬਦ ਬੜੇ ਪਿਆਰੇ ਕਹੇ, ਕਹਿੰਦੇ ਕਿਰਪਾ ਰਾਮ ਜੀ ਸਿਰ ਤੇ ਭਾਵੇਂ ਲੈ ਜਾਓ, ਪਰ ਜਿਹੜੀ ਉਹਨੇ ਕਰਤੂਤ ਕੀਤੀ ਹੈ ਗਤੀ ਸਿਰ ਦੇ ਨਾਲ ਵੀ ਨਹੀਂ ਹੋਣੀ। ਸਿੱਖੀ ਦੇ ਬਾਰੇ ਬੇਅਦਬੀ ਭਰੇ ਸ਼ਬਦ ਵਰਤੇ ਨੇ, ਸਿਰ ਤੇ ਲੈ ਜਾਓ, ਪਰ ਜਿਹੜੀ ਉਹਨੇ ਕਰਤੂਤ ਕੀਤੀ ਹੈ ਨਾ ਗਤੀ ਤੇ ਸਿਰ ਦੇ ਨਾਲ ਵੀ ਨਹੀਂ ਹੋਣੀ। ਕਿਰਪਾ ਰਾਮ ਨੂੰ ਸਿਰ ਵਾਪਸ ਦੇ ਦਿੱਤਾ। ਜਦੋਂ ਭਰਾ ਨੂੰ ਪਤਾ ਲਖਪਤ ਰਾਏ ਨੂੰ ਲੱਗਾ, ਉਹਨੇ ਲਾਹੌਰ ਦੇ ਦਰਬਾਰ ਦੇ ਵਿੱਚ ਸਹੁੰ ਖਾਧੀ ਕਿ ਜਿੰਨਾ ਚਿਰ ਤੱਕ ਮੈਂ ਆਪਣੇ ਭਰਾ ਦਾ ਬਦਲਾ ਲੈਣ ਦੇ ਵਾਸਤੇ ਪੰਜਾਬ ਦੇ ਵਿੱਚੋਂ ਸਿੱਖਾਂ ਦਾ ਖਾਤਮਾ ਨਹੀਂ ਕਰਦਾ, ਉਹਨਾਂ ਚਿਰ ਤੱਕ ਮੈਂ ਸਿਰ ਤੇ ਪੱਗ ਨਹੀਂ ਰੱਖਣੀ। ਇਹ ਕਾਰਨ ਬਣਿਆ ਛੋਟੇ ਘੱਲੂਘਾਰੇ ਦਾ। ਹੁਣ ਖਿਆਲ ਕਰਿਓ, ਕਦੀ ਕਿਸੇ ਇਤਿਹਾਸਕਾਰ ਦੇ ਕੋਲੋਂ ਤੁਸੀਂ ਸੁਣਿਆ ਵੀ ਜੇ ਜਸਪਤ ਰਾਏ ਦਾ ਸਿਰ ਨਾ ਵੱਢਦੇ ਤੇ 1500 ਜਾਨਾਂ ਅਸੀਂ ਬਚਾ ਲੈਣੀਆਂ ਸੀ? ਨਹੀਂ। ਜਿੱਥੇ ਗੱਲ ਜ਼ਮੀਨਾਂ ਤੋਂ ਤੇ ਸਰੀਰਾਂ ਤੋਂ ਉੱਪਰ ਉੱਠ ਜਾਂਦੀ, ਉੱਥੇ ਗੱਲ ਫਿਰ ਧਰਮ ਦੀਆਂ ਜ਼ਮੀਰਾਂ ਦੇ ਉੱਪਰ ਆ ਜਾਂਦੀ, ਉੱਥੇ ਜਾਗਦੀਆਂ ਜ਼ਮੀਰਾਂ ਤੇ ਗੱਲ ਆ ਜਾਂਦੀ। ਗੱਲ ਤਾਂ ਇੰਨੀ ਕੁ ਸੀ ਨਾ, ਜਿਹੜਾ 26 ਜਨਵਰੀ ਦੇ ਉੱਪਰ ਘਟਨਾਕ੍ਰਮ ਹੋਇਆ, ਸਾਡੇ ਕਿਸਾਨ ਆਗੂ ਕਹਿੰਦੇ ਕਿ ਅਜੇ ਤਾਂ ਅਸੀਂ ਨੌਜਵਾਨਾਂ ਨੂੰ ਸਬਰ ਦੇ ਵਿੱਚ ਰਹਿਣ ਲਈ ਕਿਹਾ ਸੀ, ਉਹ ਫਿਰ ਵੀ ਵੇਖ ਲਓ ਕਿੱਧਰ ਪਹੁੰਚ ਗਏ ਨੇ। ਜੇ ਕਿਤੇ ਅਸੀਂ ਐਲਾਨ ਕਰ ਦਿੱਤਾ ਪਾਰਲੀਮੈਂਟ ਘੇਰਨੀ ਹੈ ਤਾਂ ਤੁਹਾਡੇ ਕੋਲ ਸੰਭਾਲੇ ਨਹੀਂ ਜਾਣਗੇ। ਸਰਕਾਰ ਦੇ ਉੱਪਰ ਇੱਕ ਦਬਾਅ ਸੀ, ਦਬਾਅ ਬਣਿਆ ਹੁੰਦਾ ਸੀ। ਸੋ ਇਹ ਜਿਹੜਾ ਸਾਰਾ ਘਟਨਾਕ੍ਰਮ ਹੈ, ਅੱਜ ਅਸੀਂ ਫਿਰ ਕਹਿਣਾ ਸ਼ੁਰੂ ਕਰ ਦਿੱਤਾ ਹੈ, ਸੁਨੇਹੇ ਆਉਣੇ ਸ਼ੁਰੂ ਹੋ ਜੀ, ਨੌਜਵਾਨ ਪਹੁੰਚਣ ਉੱਤੇ, ਨੌਜਵਾਨ ਪਹੁੰਚਣ। ਨੌਜਵਾਨ ਇੱਕ ਡਰ ਦੇ ਵਿੱਚ, ਇੱਕ ਭੈ ਦੇ ਵਿੱਚ ਹੈ। ਨੌਜਵਾਨ ਚਾਹੁੰਦਾ ਹੈ ਕਿ ਮੈਂ ਜਾਵਾਂ, ਪਰ ਜਿਸ ਵਾਸਤੇ ਜਾਵਾਂ ਉਹ ਲੀਡਰ ਮੈਨੂੰ ਆਉਣ ਤੇ ਕਰੇ ਨਾ, ਉਹ ਮੈਨੂੰ ਆਪਣੇ ਗੱਲ ਦੇ ਨਾਲ ਤਾਂ ਲਾਵੇ ਨਾ ਕਿ ਹੋ ਸਕਦਾ ਮੈਂ ਉਤੇਜਿਤ ਹੋ ਕੇ ਕੋਈ ਇਵੇਂ ਦੀ ਘਟਨਾ ਕਰ ਦੇਵਾਂ, ਪਰ ਉਹ ਇਹ ਨਾ ਕਹੇ ਵੀ ਇਹ ਸਾਡਾ ਹੈ ਹੀ ਨਹੀਂ, ਕਿਉਂਕਿ ਉਹ ਗਿਆ ਸਾਡੇ ਵਾਸਤੇ। ਅਸੀਂ ਜਿੰਨਾ ਵੀ ਨੌਜਵਾਨਾਂ ਨੂੰ ਡਿਸਆਨ ਕੀਤਾ, ਨੌਜਵਾਨ ਦੂਰ ਹੋਏ। ਹੁਣ ਫਿਰ ਬਾਰ-ਬਾਰ ਪਿੰਡਾਂ 'ਚ ਜਾ ਕੇ ਕਹਿਣਾ ਪੈ ਰਿਹਾ ਨਹੀਂ ਅਸੀਂ ਜਾਣਾ, ਅਸੀਂ ਜਾਣਾ। ਮਨ ਦੇ ਵਿੱਚ ਕੋਈ ਗੱਲ ਨਾ ਜੀ, ਸਾਨੂੰ ਡਿਸਆਨ ਨਾ ਕਰਨਾ, ਸਾਨੂੰ ਨਾਲ ਤੇ ਲੈ ਕੇ ਰੱਖਣਾ। ਇਹ ਸੰਘਰਸ਼ ਜਿੱਤੇ ਹੀ ਤਾਂ ਜਾਣਾ। ਔਰ ਇਹ ਕੋਈ ਛੋਟਾ ਸੰਘਰਸ਼ ਨਹੀਂ ਹੈ, ਬਹੁਤ ਵੱਡਾ ਸੰਘਰਸ਼ ਹੈ। ਤੁਸੀਂ ਵੱਡੇ ਘੱਲੂਘਾਰੇ ਦੇ ਵਿੱਚ ਜਿਹਦੀ ਅਸੀਂ ਗੱਲ ਕਰਦੇ ਹਾਂ, ਉਹਦੇ ਵਿੱਚ ਇਹੀ ਗੱਲ ਕਰਦੇ ਨਾ ਕਿ ਰਲ ਮਿਲ ਖੜ ਤੁਰ ਪੰਥ ਬਚਾਓ, ਮਿਸਲ ਵੰਡ ਅਬ ਕਦੇ ਨਾ ਪਾਓ, ਕਿ ਛੋਟੇ ਛੋਟੇ ਜਿਹੜੇ ਵਖਰੇਵੇਂ ਨੇ ਉਹ ਤਿਆਗ ਦੇਣੇ ਚਾਹੀਦੇ ਨੇ। ਪਤਾ ਨਹੀਂ ਕਿਉਂ ਨਹੀਂ ਤਿਆਗੇ ਜਾ ਰਹੇ, ਕੀ ਪੈ ਹੈ ਲੀਡਰਸ਼ਿਪ ਦੇ ਅੰਦਰ, ਉਹ ਵਖਰੇਵੇਂ ਕਿਉਂ ਨਹੀਂ ਤਿਆਗੇ ਜਾ ਰਹੇ। ਔਰ ਮੈਂ ਇੱਕ ਗੱਲ ਦਾਅਵੇ ਨਾਲ ਕਹਿਣਾ, ਕਦੀ ਕਹਿੰਦੇ ਧਰਮ ਦੀ ਗੱਲ ਨਾ ਕਰੋ, ਕਦੀ ਕਹਿੰਦੇ ਖਾਲਸਾ ਰਾਜ ਦੀ ਗੱਲ ਨਾ ਕਰੋ। ਤੁਸੀਂ ਪਹਿਲੇ ਦਿਨ ਦੀਆਂ ਸਟੇਟਮੈਂਟ ਸਾਰੀਆਂ ਵੇਖ ਲਓ, ਕਿਸੇ ਇੱਕ ਵੀ ਸਿੱਖ ਜਥੇਬੰਦੀ ਨੇ, ਸਿੱਖ ਬੁਲਾਰੇ ਨੇ ਉਸ ਮੰਚ ਦੇ ਉੱਪਰ ਜਾ ਕੇ ਖਾਲਿਸਤਾਨ ਦਾ ਨਾਮ ਨਹੀਂ ਲਿਆ। ਪਰ ਪਹਿਲੇ ਦਿਨ ਲੀਡਰਾਂ ਦੇ ਗੁਲਵਾਲੀ ਜੀ ਨਿਸ਼ਾਨ ਸਾਹਿਬ ਲੈ ਕੇ ਨਾ ਜਾਓ, ਨਿਹੰਗ ਸਿੰਘ ਜਥੇਬੰਦੀਆਂ ਇੱਥੋਂ ਚੱਲੀਆਂ ਜਾਣ ਵੀ ਉਹ ਤਾਂ ਸਾਡੀਆਂ ਸਾਰੀਆਂ ਬਾਹਾਂ ਨੇ, ਅਸੀਂ ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਕੀ ਉੱਥੇ ਹਿੰਦੂ ਵੀਰ ਨਹੀਂ ਹੈਗੇ ਸਾਡੇ? ਉਹ ਲਾਉਣ ਆਪਣਾ ਹਿੰਦੂ ਧਰਮ ਦਾ ਝੰਡਾ, ਕੀ ਇਤਰਾਜ਼ ਹੈ ਸਾਨੂੰ?
ਸਾਡੇ ਮੁਸਲਮਾਨ ਵੀਰ ਉੱਥੇ ਨਮਾਜ਼ ਪੜ੍ਹਦੇ ਨੇ, ਲਾਉਣ ਆਪਣਾ ਹਰਿਆ ਝੰਡਾ, ਸਾਨੂੰ ਕੀ ਇਤਰਾਜ਼ ਹੈ? ਜਦੋਂ ਸਾਡਾ ਨਿਸ਼ਾਨਾ ਇੱਕ ਹੈ ਕਿ ਅਸੀਂ ਉਹ ਕਾਨੂੰਨ ਜਿਹੜੇ ਨੇ ਰੱਦ ਕਰਾਉਣੇ ਨੇ, ਤੇ ਉਸੇ ਕੋਈ ਆਸਤਿਕ ਬੈਠਾ ਹੈ, ਕੋਈ ਨਾਸਤਿਕ ਬੈਠਾ ਹੈ, ਕੋਈ ਹਿੰਦੂ ਧਰਮ ਵਾਲਾ ਬੈਠਾ ਹੈ, ਕੋਈ ਇਸਲਾਮ ਵਾਲਾ ਬੈਠਾ ਹੈ, ਸਾਨੂੰ ਤੇ ਇਹ ਮੁੱਦਾ ਵੇਖਣਾ ਨਹੀਂ ਚਾਹੀਦਾ। ਸਾਨੂੰ ਤੇ ਇਹ ਕਹਿਣਾ ਚਾਹੀਦਾ ਹੈ ਕਿ ਹਰ ਬੰਦਾ ਆਪਣੇ ਧਰਮ ਦੇ ਵਿੱਚ ਪਰਪੱਕ ਰਵੇ, ਕਿਸੇ ਦੇ ਉੱਪਰ ਆਪਣੇ ਧਰਮ ਨੂੰ ਨਾ ਠੋਸੇ, ਪਰ ਸਾਡਾ ਨਿਸ਼ਾਨਾ ਆ ਹੈ, ਨਿਸ਼ਾਨੇ ਦੇ ਉੱਪਰ ਕੇਂਦਰਿਤ ਰਹਿਣਾ ਚਾਹੀਦਾ ਸੀ। ਸੋ ਇਹ ਵਕਤ ਮੈਂ 2-4 ਮਿੰਟ ਵੱਧ ਲੈ ਗਿਆ। ਇਹ ਜਿੰਨਾ ਚਿਰ ਤੱਕ ਇਹ ਹੁਣ ਇਹ ਸੰਘਰਸ਼ ਚੱਲ ਰਿਹਾ ਹੈ, ਇਸ ਸੰਘਰਸ਼ ਦੀ ਮੇਰੇ ਖਿਆਲ ਨਾਲ ਖੂਬਸੂਰਤੀ ਹੀ ਇਹ ਹੋਣੀ ਚਾਹੀਦੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਸਾਥ ਦੇਵੇ, ਤੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨੌਜਵਾਨਾਂ ਨੂੰ ਫਿਰ ਆਪਣੀ ਹਿੱਕ ਦੇ ਨਾਲ ਲਾ ਕੇ ਰੱਖਣ, ਉਹਨਾਂ ਨੂੰ ਡਿਸਆਨ ਨਾ ਕਰਨ। ਅਸੀਂ ਜੇ ਬਾਰ-ਬਾਰ ਇਸੇ ਤਰ੍ਹਾਂ ਕਰਦੇ ਜਾਵਾਂਗੇ ਨਾ, ਤੇ ਜਿਹੜਾ ਯੂਥ ਹੈ ਉਹ ਇਸ ਸੰਘਰਸ਼ ਦੇ ਨਾਲੋਂ ਟੁੱਟ ਜਾਵੇਗਾ। ਲੋੜ ਉਹਨੂੰ ਜੋੜਨ ਦੀ ਹੈ। ਜਦੋਂ ਅਸੀਂ ਆਪਣੇ ਨੂੰ ਗਦਾਰੀ ਦੇ ਫਤਵੇ ਦੇ ਦੇਵਾਂਗੇ, ਆਪਣਿਆਂ ਨੂੰ ਅਸੀਂ ਕਹਿ ਦੇਵਾਂਗੇ ਇਹਨਾਂ ਦਾ ਸਮਾਜਿਕ ਬਾਈਕਾਟ ਕਰ ਦੇਵੋ, ਇਹਨਾਂ ਦੇ ਨਾਲ ਬੋਲ ਚਾਲ ਨਾ ਰੱਖੋ, ਸਰਕਾਰ ਦੇ ਉੱਪਰ ਕੋਈ ਅਸਰ ਨਹੀਂ ਹੋਵੇਗਾ। ਸਾਡਾ ਸੰਘਰਸ਼, ਸਾਡਾ ਅੰਦੋਲਨ, ਉਹਦੀ ਰੂਹ ਜਿਹੜੀ ਹੈ ਉਹ ਕਮਜ਼ੋਰ ਹੋ ਜਾਵੇਗੀ। ਔਰ ਸਰਕਾਰ ਇਹੀ ਚਾਹੁੰਦੀ ਹੈ, ਸਰਕਾਰ ਇਹੀ ਚਾਹੁੰਦੀ ਹੈ ਕਿ ਇਹਦੇ ਵਿੱਚ ਵਖਰੇਵੇਂ ਪੈਦਾ ਹੋ ਜਾਣ, ਪਰ ਸਾਨੂੰ ਵਖਰੇਵੇਂ ਪਾਉਣ ਵਾਲਿਆਂ ਨੂੰ ਪਛਾਣਨਾ ਪਵੇਗਾ ਕਿ ਸ਼ੁਰੂਆਤ ਕਿਹਨਾਂ ਵੱਲੋਂ ਹੋ ਰਹੀ ਹੈ। ਵੇਖੋ, ਮੈਂ ਤੁਹਾਨੂੰ ਇੱਕ ਗੱਲ ਤੇ ਦੱਸ ਦੇਵਾਂ, ਉਹ ਬੜੀ ਕਲੀਅਰ ਹੈ। ਤੁਸੀਂ ਪੰਜਾਬ ਦੀ ਧਰਤੀ ਤੇ ਬੈਠੇ ਹੋ। ਪੰਜਾਬ ਦਾ ਨੌਜਵਾਨ ਜ਼ਮੀਰ ਦੀ ਸ਼ਰਤ ਦੇ ਉੱਪਰ ਜ਼ਮੀਨ ਦਾ ਸਮਝੌਤਾ ਕਦੀ ਨਹੀਂ ਜੇ ਕਰਦਾ, ਕੋਈ ਵੀ ਸਿੱਖ ਨਹੀਂ ਜੇ ਕਰਦਾ। ਕਿਉਂਕਿ ਜੇਕਰ ਇਹ ਸਮਝੌਤੇ ਅਸੀਂ ਕਰਨੇ ਹੁੰਦੇ ਨਾ, ਤੇ ਫਿਰ ਜ਼ਮੀਨਾਂ ਜਾਇਦਾਦਾਂ ਦੇ ਲਾਲਚ ਦਾ ਸਾਹਿਬਜ਼ਾਦਿਆਂ ਦੇ ਅੱਗੇ ਵੀ ਬਹੁਤ ਸੀ। ਉਹ ਸੂਬੇ ਦੀ ਵਜ਼ੀਰ ਖਾਨ ਦੀ ਹਰ ਗੱਲ ਨੂੰ ਕਹਿੰਦੇ ਨੇ, ਕਹਿੰਦੇ ਕਿ ਅਸੀਂ ਤੇਰੇ ਇਹ ਲਾਲਚ ਜੁੱਤੀ ਦੀ ਨੋਕ ਨਾਲ ਠਕਰਾਉਂਦੇ ਆ, ਪਰ ਅਸੀਂ ਧਰਮ ਨਹੀਂ ਛੱਡ ਸਕਦੇ। ਧਰਮ ਨਹਿ ਤਜੇ ਹੈ ਕਭੀ ਤੁਰਕ ਨਹਿ ਬਣੇ ਹੈ, ਆਪਣੇ ਸੀਸ ਭੇਟ ਦਿਓ ਹੈ ਜੈਸੇ ਵੱਡਿਓ ਨੇ ਕੀਏ ਹੈ। ਇਹੀ ਤਾਂ ਸਾਡੀ ਕੌਮ ਦੀ ਇੱਕ ਫਿਤਰਤ ਹੈ, ਔਰ ਉਸੇ ਫਿਤਰਤ ਦੇ ਉੱਪਰ ਹੀ ਅਸੀਂ ਲੜਦੇ ਰਹੇ। ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ, ਜਿਸ ਤਰ੍ਹਾਂ ਭੈਣ ਜੀ ਕਹਿ ਕੇ ਗਏ ਨਾ ਵੀ ਅਸੀਂ ਬੰਦਿਆਂ ਤੋਂ ਲੜ ਪੈਂਦੇ ਹਾਂ, ਸੱਚੀ ਲੜਦੇ ਆ। ਔਰ ਜਿਹੜੀ ਸਾਡੀ ਇਹੀ ਲੜਾਈ ਹੈ ਨਾ, ਸ਼ਾਇਦ ਉਹਦਾ ਆਧਾਰ ਵੀ ਇਹੀ ਹੈ ਕਿ ਅਸੀਂ ਕਿਸੇ ਕਾਰਪੋਰੇਟ ਨੂੰ ਆਪਣੀ ਜ਼ਮੀਨ ਤੇ ਪੈਰ ਨਹੀਂ ਪਾਉਣ ਦੇਣਾ, ਕਿਉਂਕਿ ਅਸੀਂ ਤਾਂ ਕਦੀ ਸ਼ਰੀਕੇ ਬਰਾਦਰ ਦੀ ਕਿਸੇ ਨੂੰ ਪੈਰ ਨਹੀਂ ਪਾਉਣ ਦਿੰਦੇ। ਇਹ ਸਾਡੀ ਇੱਕ ਮਾਨਸਿਕਤਾ ਹੈ, ਇਹ ਹਰ ਕੌਮ ਦੀ ਬਲੱਡ ਲਾਈਨ ਦੇ ਵਿੱਚ ਹੁੰਦੀ ਹੈ। ਇਹ ਪਠਾਨਾਂ ਦੇ ਵਿੱਚ ਵੀ ਹੈਗੀ ਹੈ, ਜਿੱਦੀਆਂ ਵੀ ਮਾਰਸ਼ਲ ਰੇਸਿਸ ਨੇ ਨਾ, ਉਹਨਾਂ 'ਚ ਹੈਗੀ ਹੈ, ਇਹ ਰਹਿੰਦੀ ਹੈ, ਇਹਨੂੰ ਤੁਸੀਂ ਕੱਢ ਨਹੀਂ ਸਕਦੇ। ਔਰ ਇਸੇ ਕਰਕੇ ਪੰਜਾਬ ਦੇ ਵਿੱਚ ਰਹਿੰਦੇ ਹੀ ਬਹੁਤੇ ਲੋਕ ਇਸ ਕਰਕੇ ਨਹੀਂ ਕਰਦੇ ਕਿ ਮੈਨੂੰ ਕੀ ਫਾਇਦਾ, ਅਸੀਂ ਕਹਿੰਦੇ ਕਿ ਫਲਾਣੇ ਚਾਚੇ ਦੇ ਪੁੱਤ ਨੇ ਆਹ ਕੰਮ ਕਰ ਲਿਆ, ਮੈਂ ਵੀ ਇਹ ਕਰਨਾ ਹੀ ਕਰਨਾ। ਅਸੀਂ ਰੀਸ 'ਚ ਜ਼ਿਆਦਾ ਕਰਦੇ। ਇਹ ਸਾਡੀ ਮਾਨਸਿਕਤਾ ਦਾ ਹਿੱਸਾ ਬਣ। ਪਰ ਚੰਗੇ ਕੰਮ ਦੀ ਰੀਸ ਵੀ ਕੋਈ ਬੁਰੀ ਨਹੀਂ ਹੈ। ਜੇ ਅਸੀਂ ਕਹਿੰਦੇ ਕਿ ਫਲਾਣੇ ਨੇ ਆੜਤ ਕਰ ਲਈ ਹੈ, ਮੈਂ ਵੀ ਕਰ ਰਿਹਾ, ਕਰੋ। ਫਲਾਣੇ ਨੇ ਪਲਾਟ ਲੈ ਲਿਆ, ਮੈਂ 2 ਲੈ ਰਿਹਾ, ਕਰੋ। ਜੇ ਰੀਸ ਦੇ ਵਿੱਚੋਂ ਤਰੱਕੀ ਪੈਦਾ ਹੁੰਦੀ ਹੈ ਤਾਂ ਈਰਖਾ ਨਾਲੋਂ ਤਾਂ ਬਹੁਤ ਚੰਗਾ ਨਾ। ਸੋ ਇਹ ਸਾਨੂੰ ਇਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਦੇਣਾ ਪਵੇਗਾ। ਗੱਲ ਫਿਰ ਉੱਥੇ ਆ ਜਾਂਦੀ, ਮੈਂ ਜਿਹੜੀ ਬਾਰ-ਬਾਰ ਕਹਿੰਦਾ ਕਿ ਸਿੱਖ ਦੇ ਜੀਵਨ ਦੇ ਵਿੱਚੋਂ ਧਰਮ ਨੂੰ ਕੱਢ ਕੇ ਵੇਖਿਆ ਹੀ ਨਹੀਂ ਜਾ ਸਕਦਾ। ਮੈਂ ਕਹਿੰਦਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਨਾਸਤਿਕ ਹੈ ਨਾ, ਉਹਦੀ ਨਾਸਤਿਕਤਾ ਵੀ ਇੱਕ ਧਰਮ ਦਾ ਹਿੱਸਾ ਹੈ। ਉਹਦੇ ਵਿੱਚ ਵੀ ਉਹ ਕੁਦਰਤ ਦੇ ਵਿੱਚ ਸਾਹ ਲੈ ਰਿਹਾ, ਕੁਦਰਤ ਦੇ ਵਿੱਚ ਜੀ ਰਿਹਾ ਹੈ। ਤੁਸੀਂ ਉਹਨੂੰ ਵੱਖ ਕਰਕੇ ਨਹੀਂ ਵੇਖ ਸਕਦੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਹਿਤ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।